अस्सलाम वालेकुम नाज़रीन, आपने ज़ारा के वालिद की गुफ्तगू सुनी और यकीनन वो इस कदर दुख में मुब्तला थे कि वो इस वाक़ये को बताते हुए वो उनकी आवाज़ लड़खड़ा रही थी। ये उनके लिए बहुत बड़ा सदमा था, जिन्होंने अपनी बेटी को इतना बड़ा किया और फिर उसके बाद शादी की। लेकिन उन्हें क्या पता था कि एक दिन ऐसा भी आएगा कि उस बेटी को, जिसको वो सीने से लगाकर रुखसत किया था, उस बेटी की लाश झोली में उठाकर लाना पड़ेगी। मेरे साथ ज़ारा के ताया जी मौजूद हैं, इनसे बात करते हैं। यकीनन इनका जो इन्होंने वाक़या देखा, बेटी की टुकड़ों में नुमा वो जो लाश थी, उसको किस हालत में देखा, जिस्म के कौन-कौन से हिस्से को इन्होंने जलाया था और फिर आखिरकार ये मुल्ज़िमान किस तरह पुलिस की गिरफ्त में आए। अंकल जी, बहुत शुक्रिया आपका। ये बताइएगा कि ਤੁਹਾਨੂੰ ਜਦੋਂ ਪਤਾ ਚੱਲਿਆ हाँ जी। ਕਿ ਤੁਹਾਡੀ ਬੱਚੀ ਨੂੰ ਬੇਦਰਦੀ ਨਾਲ ਕਤਲ ਕਰ ਦਿੱਤਾ ਹੈ, ਤੇ ਉਸ ਟਾਈਮ ਤੇ ਕੀ ਮਹਿਸੂਸ ਹੋਇਆ ਸੀ ਕਿ नहीं ਕਿਵੇਂ ਹੋ ਗਿਆ ਜੀ? सानू पहला नहीं पता चलिया कि कतल कर दिता गया है। ਹੂੰ। वो तो जो मेरे भाई नाल राबता होया है तकरीबन कोई पहले भी कॉल करता रहा, फर्स्ट टाइम तकरीबन रोज़ ही कॉल करता सी। ठीक है। लेकिन उस दिन कॉल जी मेरे को मिली नहीं। अच्छा। उस तो बाद साडा दमाद है तकरीबन रोज़ कॉल करता है, बिल्कुल सही है। ਉਹਦੀ भी कॉल नहीं हुई। सुबह 6 बजे तो लग के फिर वो बच्चे ਨੂੰ ਕਰਬ ਗੁਜ਼ਰਿਆ ਬਾਹਰ ਵਾਲੇ ਨੂੰ ਕਿ ਮਾਮੂ ਜੀ ਮੈਨੂੰ ਕਾਲ ਨਹੀਂ ਹੋ ਰਹੀ ਜ਼ਾਰਾ ਨੂੰ, ਅੱਛਾ। ਪਤਾ ਕਰੋ ਮਸਲਾ ਕੀ ਹੈ। ਇਹ ਨਾ ਫਿਰ ਮਤਲਬ ਤੇ ਕਿ ਉਹਨੇ, ਤੁਹਾਡੇ ਦਮਾਦ ਨੇ ਆਪਣੇ ਘਰ ਦੇ ਵਿੱਚ ਕਿਸੇ ਹੋਰ ਨੂੰ ਨਹੀਂ ਕੀਤਾ ਨਹੀਂ ਕਿ ਅਟੈਕ ਕਰਦਾ ਰਿਹਾ, ਘਰ ਆਪਣੀ ਵਾਲਦਾ ਨੂੰ ਵੀ ਕਰਦਾ, ਭੈਣਾਂ ਨੂੰ ਵੀ ਕਰਦਾ, ਲੇਕਿਨ ਉਹਨਾਂ ਮੁਸਬਤ ਜਵਾਬ ਕੋਈ ਨਹੀਂ ਦਿੱਤਾ ਉਹਨੂੰ। ਉਹ ਕੀ ਕਹਿੰਦੇ ਰਹੇ ਇਹਨਾਂ ਨੂੰ? ਉਹੀ ਕਹਿੰਦੇ ਸਾਡੇ ਕੋਲ ਜੋ ਚਲੀ ਗਈ ਦਵਾਈ ਲੈਣ ਚਲੀ ਗਈ ਹੈ, ਸਭ ਨਹੀਂ ਪਤਾ, ਉਹ ਆਂਦੀ ਵੀ ਸ਼ਾਮ ਨੂੰ ਆ ਜਾਗੀ। ਯਾਨੀ ਕਿ ਝੂਠੀਆਂ ਕਹਾਣੀਆਂ ਝੂਠੀਆਂ ਸ਼ਾਮ ਤੱਕ ਆ ਜਾਏਗੀ। ਅੱਛਾ। ਇਹ ਕਹਿ ਰਹੇ ਸੀ ਉਹਨੂੰ ਕਿ ਸ਼ਾਮ ਤੱਕ ਵਾਪਸ ਆ ਜਾਏਗੀ, ਸਾਨੂੰ ਇਹ ਕਹਿ ਕੇ ਚਲੀ ਗਈ ਤੁਸੀਂ ਬੇਟੇ ਰੱਖੋ ਤੇ ਮੈਂ ਵਾਪਸ ਆ ਜਾਵਾਂਗੀ। ਲੇਕਿਨ ਉਹ ਫਿਰ ਜਦੋਂ ਨਹੀਂ ਸ਼ਾਮ ਤੱਕ ਆਈ, ਫਿਰ ਉਹ ਬੇਟੇ ਨੇ ਮਤਲਬ ਕਿ ਸਜਾ ਹਰ ਦਮਾਦ ਕਦੀਰ ਉਸ ਆਪਣਾ ਮੇਰੇ ਭਾਈ ਨੂੰ ਫੋਨ ਕੀਤਾ, ਮਾਮੂ ਜੀ ਤੁਸੀਂ ਉੱਥੇ ਜਾ ਕੇ ਪਤਾ ਕਰੋ, ਮੇਰਾ ਰਾਬਤਾ ਨਹੀਂ ਹੋ ਰਿਹਾ, ਤੁਸੀਂ ਜਾ ਕੇ ਪਤਾ ਕਰੋ ਮਸਲਾ ਕੀ ਹੈ। ਠੀਕ ਹੈ। ਇਹ ਫਿਰ ਮੈਨੂੰ ਨਹੀਂ ਪੁੱਛਿਆ ਕੋਈ ਵੀ, ਇਹ ਇਕੱਲੀ ਦੌੜ ਲਈ ਪਹਿਲਾਂ ਪਤਾ ਕਰਾਂ ਮਸਲਾ ਕੀ, ਮੈਂ ਵੀ ਨਾ ਦੂਸਰਿਆਂ ਬੁਲਾਉਂਦਾ ਫਿਰਾਂ। ਅੱਛਾ। ਕੋਸ਼ਿਸ਼ ਕੀਤੀ ਹੋ ਸਕਦਾ ਕੋਈ ਇਸਲਾ ਮਾਮਲਾ ਹੋਵੇ, ਮੈਂ ਜਾ ਕੇ ਪਤਾ ਕਰ ਲੈਣਾ। ਬਿਲਕੁਲ ਸਹੀ ਹੈ। ਜਦੋਂ ਗਿਆ ਉੱਥੇ ਜਾ ਕੇ ਇਹਨੇ ਉੱਥੇ ਆਪਣਾ ਅੰਦਰ ਘਰ ਗਿਆ, ਜੋ ਟਰੇਸ ਕੀਤਾ ਹੈ ਇਹਨੂੰ ਚੀਜ਼ ਨਜ਼ਰ ਨਹੀਂ ਆਈ ਕੋਈ ਵੀ ਇਸ ਤਰ੍ਹਾਂ ਦੀ ਕਿ ਇਹਨੇ ਆਖਿਆ ਵੀ ਬੇਟੀ ਨਜ਼ਰ ਨਹੀਂ ਆ ਰਹੀ, ਔਰ ਮੋਬਾਈਲ ਵੀ ਬੰਦ ਹੈ, ਮੈਂ ਕਰਾਂ ਕੀ ਹੋਣਾ। ਬਿਲਕੁਲ। ਇਹਨੇ ਆਖਿਆ ਮੈਂ ਆਪਣੇ ਭਾਈ ਨਾਲ ਬੁਲਾਉਣਾ, ਮੈਂ ਪਤਾ ਕਰੀ ਯਾਰ ਉਹ ਮਿਲਦੀ ਨਹੀਂ ਪਈ। ਉਹ ਬੇਟੀ ਪਤਾ ਬੇਟੀਆਂ ਰਿਸ਼ਤੇ ਐਸਾ ਹੈ। ਹਾਂਜੀ। ਰਿਸ਼ਤੇ ਐਸਾ ਇਨਸਾਨ। ਫਿਰ ਇਹਨਾਂ ਪਰ ਮੈਨੂੰ ਕਾਲ ਕੀਤੀ, ਇਹਨੇ ਆਖਿਆ ਜ਼ਾਰਾ ਨਹੀਂ ਮਿਲਦੀ ਪਈ ਤੇ ਤੁਸੀਂ ਆ ਜਾਓ ਹੁਣ ਪਤਾ ਕਰੀਏ ਮਸਲਾ ਕੀ ਹੈ। ਯਾਨੀ ਕਿ ਉਹਨਾਂ ਪਹਿਲੇ ਮਹਿਸੂਸ ਕਰ ਲਿਆ ਸੀ ਕਿ ਜ਼ਾਰਾ ਨੂੰ ਇਹਨਾਂ ਨੇ ਮਾਰ ਦਿੱਤਾ ਹੈ। ਲੇਕਿਨ ਇਹਨਾਂ ਦੇ ਮਾਈਂਡ 'ਚ ਐ ਸੀ, ਲੇਕਿਨ ਮੇਰੇ ਮਾਈਂਡ 'ਚ ਨਹੀਂ ਸੀ ਆਉਂਦਾ। ਅੱਛਾ। ਮੈਨੂੰ ਇਹਨੇ ਆਖਿਆ ਮੈਂ ਯਾਰ ਹਾਲੀ ਹੌਸਲਾ ਕਰੋ, ਹਾਲੀ ਕੁਛ ਵੀ ਹੋ ਸਕਦਾ ਹੈ। ਬਿਲਕੁਲ ਸਹੀ ਹੈ। ਕੁਛ ਵੀ ਹੋ ਸਕਦਾ ਹੈ। ਲੇਕਿਨ ਮੈਂ ਜੇਕਰ ਉਹਨਾਂ ਨੇ ਮਾਰਿਆ ਤੇ ਅਸੀਂ ਟਰੇਸ ਕਰਨੇ ਆ ਆਪਣੇ ਘਰ ਚੋਂ। ਹਾਂ ਬਿਲਕੁਲ। ਉਹ ਪਲੰਗ ਵੇਖ, ਇਹਨਾਂ ਸੋਫੇ ਵੇਖ, ਅਲਮਾਰੀਆਂ ਵੇਖ, ਲੇਕਿਨ ਉਹ ਬੀਬੀ ਸਾਡੇ ਨਾਲ ਨਾ ਉਹ ਅਟੈਚ ਰਹੀ ਹੈ, ਮਗਰ ਸਾਡੇ ਭਾਈ ਦੀ ਰਹੀ ਹੈ। ਕਿ ਸੁਗਰਾ ਜੁੱਤੀ ਉਸ ਪੈਰੀ ਕੋ ਨਹੀਂ ਪਾਈ। ਅੱਛਾ। ਤੇ ਉਹ ਨਾ ਮੈਂ ਜੇ ਮਹਿਸੂਸ ਕੀਤਾ ਉਹ ਸਾਰੀ ਰਾਤ ਜਿਵੇਂ ਅਸੀਂ ਉੱਥੇ ਰਹੇ ਹਾਂ, ਉਹ ਕਮਰੇ ਭੌਂਦੀ ਰਹੀ ਹੈ। ਉਹਨੇ ਮਰਡਰ ਕੀਤਾ ਸੀ, ਉਹ ਭੌਂਦੀ ਰਹੀ ਸਾਡੇ ਨਾਲ ਤਲਾਸ਼ੀ ਲੈਣ ਲੱਗਿਆ ਤਾਂ ਮਾਮਾ ਧੀਆਂ ਨਾਲ ਸਾਡੇ ਨਾਲ ਰੁਕਾਵਟ ਬਣਦੀਆਂ ਰਹੀਆਂ ਨੇ, ਕੋ ਪੈਣ ਨੂੰ ਸਾਡੇ ਉਮਰ ਕਿ ਗੱਲ ਪੈਣ ਹੁੰਦੀਆਂ ਰਹੀਆਂ ਨੇ। ਦੂਸਰੀਆਂ ਜਿਹੜੀਆਂ ਉਹਦੀਆਂ ਧੀਆਂ ਨੇ, ਜਿਹੜੀ ਯਾਸਮੀਨ ਉਹਨੇ ਨਾਲ ਕੈਮਰਾ ਆਨ ਕਰਕੇ ਅੱਛਾ ਵੀਡੀਓ ਕਾਲ ਬਣਾਉਣ ਲੱਗ ਪਈ ਹੈ, ਨਾਲ ਆਪਣਾ ਜਿਹੜਾ ਹਰ ਦਿਮਾਗ ਆਪਣਾ ਮੋਬਾਈਲ ਔਨ ਕਰਕੇ ਤੁਹਾਡੀ ਵੀਡੀਓ ਬਣਾਉਣ ਲੱਗ ਪਈ। ਵੀਡੀਓ ਨਹੀਂ ਬਣਾਉਂਦੀ ਰਹੀ। ਕਦੀਰ ਨਾਲ ਰਾਬਤਾ ਕੀਤਾ ਆਪਣੇ ਭਾਈ ਨਾਲ, ਵੇਖ ਸਾਨੂੰ ਮਾਰਦੇ ਪਏ, ਸਾਡੀਆਂ ਗੁੱਤਾਂ ਪੜਦੇ ਨੇ ਪਏ। ਹਾਂਜੀ। ਤੁਹਾਨੂੰ ਹੋਰ ਖਤਰਾ ਮਹਿਸੂਸ ਹੋ ਗਿਆ ਕਿ ਜੀ ਸਾਡੇ ਤੇ ਨਾ ਕੁਝ ਕਰ ਜੀ ਆਪਣੇ ਭਾਈ ਦੀ ਹਮਦਰਦੀ ਹਾਸਲ ਕਰਨ ਵਾਸਤੇ, ਆਪਣੇ ਭਾਈ ਦੀ ਹਮਦਰਦੀ ਹਾਸਲ ਕਰਨ ਵਾਸਤੇ ਕਿ ਥੋੜਾ ਪਤਾ ਲੱਗੇ ਕਿ ਸਾਨੂੰ ਜ਼ਿਆਦਤੀ ਕਰ ਰਹੇ ਨੇ। ਪਰ ਇਹਨੇ ਸਾਨੂੰ ਕਾਲ ਚੱਲਦੀ ਹੀ ਪਈ, ਉਹਨੇ ਕਿਹਾ ਜੀ ਮਾਮੂ ਜੀ ਮਾਮਨ ਲੱਗਾ ਵਾ, ਤੁਸੀਂ ਇੰਝ ਨਾ ਕਰੋ, ਆਹ ਨਾ ਕਰੋ, ਮੈਂ ਸੁਬਾਹ ਨਹੀਂ ਜਾਣਾ। ਅੱਛਾ। ਲੇਕਿਨ ਅਸੀਂ ਮੁਤਮਿਨ ਕਿਵੇਂ ਹੁੰਦੇ? ਹਾਂ ਬਿਲਕੁਲ। ਸਾਡੇ ਬੱਚੇ ਸਾਡੇ ਸਾਹਮਣੇ ਹੁੰਦੇ, ਮੁਤਮਿਨ ਹੁੰਦੇ ਅਸੀਂ। ਹਾਂਜੀ। ਸੁਬਾਹ ਦੇ ਬੱਚੇ ਘਰੋਂ ਗਏ ਬੇਤ ਤੇ ਰਾਤ ਦੇ 10-11 ਵੱਜ ਗਿਆ ਨੇ। ਬਿਲਕੁਲ। ਮੈਂ ਉਹਨਾਂ ਨਾਲ ਬਈ ਯਾਰ ਉਹ ਇੱਕ ਇਹ ਬਣਾਉਂਦੇ ਭਾਜੀ 1-5 ਤੇ ਕਾਲ ਨਾ ਕਰੀਏ, ਮੈਂ ਹੁਣ ਹਾਲੇ ਸਾਡੇ ਕੋਲ ਇਹੀ ਆਪਸ਼ਨ ਹੈ। ਸਹੀ ਹੈ। ਠੀਕ ਹੈ, ਤੁਸੀਂ ਬੱਚਿਆਂ ਨੂੰ ਹੱਥ ਨਹੀਂ ਲਾਉਣਾ ਤੇ ਤੁਸੀਂ 1-5 ਤੇ ਕਾਲ ਕਰੋ। ਬੱਚੀਆਂ ਹੱਥ ਪੈਣ ਲਈ ਤਿਆਰ ਸੀ, ਉਹ ਹੱਥ ਪੈਣ ਨੂੰ ਹੁੰਦੀਆਂ ਨੇ। ਉਹਨਾਂ ਦਾ ਸਕਾ ਭਾਈ ਨਾਲ ਉਹਨਾਂ ਦਾ ਸਰਫਰਾਜ਼ ਨਾਂ ਹੈ, ਉਹ ਵੀ ਉਹਨੂੰ ਨਾਲ ਹਾਂ ਲੈ ਲਿਆ। ਅੱਛਾ। ਉਹ ਖੱਬੇ ਕੀ, ਉਹ ਕਿਹਨਾਂ ਦਾ ਭਾਈ ਸੀ? ਇਹ ਯਾਸਮੀਨ ਦਾ ਮਾਮੂ ਹੈ ਤੇ ਸੁਗਰਾ ਦਾ ਭਾਈ ਹੈ। ਅੱਛਾ ਠੀਕ ਹੈ। ਬੇਸਿਕਲੀ ਪਿੱਛੋਂ ਸੁਗਰਾ ਤੋਂ ਖੱਬੇ ਕਿਹਾ ਦੀ ਹੈ। ਅੱਛਾ ਅੱਛਾ।
ਤੇ ਉਹਨੂੰ ਨਾਲ ਲੈ ਇਹ ਲਿਆ। ਸੁਗਰਾ ਤੇ ਤੁਹਾਡੀ ਰਿਸ਼ਤੇਦਾਰ ਸੀ ਨਾ, ਤੇ ਉਹਦੇ ਬਾਰੇ ਚ ਕੋਈ ਪਤਾ ਨਹੀਂ ਸੀ ਹੈ ਕਿ ਕਿਵੇਂ ਦੀ ਔਰਤ ਪਹਿਲਾਂ ਉਹ ਸਹੀ ਸੀ, ਲੇਕਿਨ ਵੇਖੋ ਇੱਕ ਇਨਸਾਨ ਦੇ ਕਿਰਦਾਰ ਬਦਲਣ ਨੂੰ ਦੇਰ ਲੱਗਦੀ ਹੈ। ਕਿਸ ਉਮਰ ਵਿੱਚ ਬੰਦਾ ਚੇਂਜ ਹੋ ਸਕਦਾ ਹੈ। ਉਹਦੇ ਭਾਈ ਨੂੰ ਨਾਲ ਲੈ ਲਿਆ। ਮੈਂ ਕਿਹਾ ਉਹਨੂੰ ਨਾਲ ਲੈ ਚਲੀਏ, ਅਗਰ ਵਾਧਾ ਘਾਟਾ ਕਰਨਾ ਉਸ ਤਲਾਸ਼ੀ ਲੈਣੀ ਹੈ ਉਹ ਲਵੇ, ਉਹ ਸਕਾ ਭਾਈ ਹੋ ਰਿਹਾ। ਹਾਂ ਬਿਲਕੁਲ ਠੀਕ ਹੈ। ਸਾਡੇ ਤੇ 100 ਐਲੀਗੇਸ਼ਨ ਲੱਗ ਸਕਦਾ ਹੈ। ਬਿਲਕੁਲ। ਉਹਨੂੰ ਨਾਲ ਲੈ ਲਿਆ। ਉਹਨੇ ਜਾ ਕੇ ਬੜੀ ਕੋਸ਼ਿਸ਼ ਕੀਤੀ, ਜਾ ਕੇ ਪੈਰੀ ਵੀ ਪਿਆ, ਹੱਥ ਵੀ ਜੋੜਿਆ। ਉਹਨੇ ਮੋੜਿਆ ਮੇਰੀ ਭੈਣ ਜੇ ਸਾਚ ਵੀ ਜ਼ਾਰਾ ਹੈ ਵੇ ਨਾ, ਹਾਂ ਦੱਸ ਦੇ, ਸਾਡੇ ਹਵਾਲੇ ਕਰ ਦੇ। ਬਿਲਕੁਲ ਸਹੀ ਹੈ। ਹਾਂ, ਜੇ ਸਾਚ ਵੀ ਹੈ ਵੇ, ਲੇਕਿਨ ਉਹਨੇ ਨਹੀਂ ਜ਼ਿੰਦਾ ਦੱਸਿਆ। ਹੈ ਮੁਰਦਾ ਹੈ, ਉਹਨੇ ਸਾਨੂੰ ਨਹੀਂ ਪਤਾ ਸਵੇਰ ਦੀ ਗਈ, ਸਾਨੂੰ ਨਹੀਂ ਪਤਾ ਕਿੱਥੇ ਗਈ ਹੈ। ਅੱਛਾ। ਹਾਂ, ਉਹਦੇ ਲਫ਼ਜ਼ ਨੇ ਸਾਨੂੰ ਨਹੀਂ ਪਤਾ ਕਿੱਥੇ ਗਈ ਹੈ ਹੁਣ। ਤੇ ਫਿਰ ਯਾਨੀ ਜਦੋਂ ਲਫ਼ਜ਼ ਤੁਸੀਂ- ਸਖਤ ਲਫ਼ਜ਼ ਸਨ ਉਹਦੇ, ਸਖਤ ਅਲਫਾਜ਼ ਦਾ। ਤੇ ਅਗਰ ਵੇਖੋ ਜੀ ਉਹਨਾਂ ਦੇ ਦਿਲ 'ਚ ਮੈਲ ਨਾ ਹੁੰਦੀ, ਇਹ ਚੀਜ਼ ਨਾ ਹੁੰਦੀ, ਤਾਂ ਹੋ ਸਕਦਾ ਸਾਡੇ ਵਾਲ ਉਹ ਵੀ ਰੋਂਦੇ ਹੁੰਦੇ, ਲੇਟੇ ਹਾਂ, ਹੁੰਦੇ, ਬਿਲਕੁਲ। ਕੁਛ ਕਰਦੇ, ਤਕਲੀਫ ਉਹਨਾਂ ਨੂੰ ਹੁੰਦੀ। ਤੇ ਇਸ ਤਰ੍ਹਾਂ ਹੀ ਹੈ। ਉਹਨਾਂ ਤਕਲੀਫ ਹੀ ਕੋਈ ਨਹੀਂ ਸੀ। ਤਕਲੀਫ ਤਾਂ ਸਾਨੂੰ ਸੀ, ਮਤਲਬ ਕਿ ਜਦੋਂ ਚੀਜ਼ ਮਿਲ ਨਹੀਂ ਸੀ ਰਹੀ। ਤੇ ਫਿਰ ਜਦੋਂ 115 ਤੇ ਕਾਲ ਕੀਤੀ, ਪੁਲਿਸ ਫੌਰੀ ਆ ਗਈ? ਤਕਰੀਬਨ 10 ਮਿੰਟ ਬਾਅਦ ਪਹੁੰਚ ਗਏ ਨੇ ਉਹ। ਅੱਛਾ। ਹਾਂ, ਉਹਨਾਂ ਵੀ ਤਲਾਸ਼ੀ ਤਲੂਸ਼ੀ ਲਈ, ਛੱਤ ਤੇ ਵੀ ਗਏ ਨੇ ਉਹ, ਹਾਂ ਬੈਗ ਤੇ ਵੀ ਗਏ ਨੇ। ਦੇਖੋ ਉਹ ਤਾਂ ਕਿਹੜੀ ਚੀਜ਼ ਮਿਲਣੀ ਸੀ ਉਹਨਾਂ ਨੂੰ। ਹਾਂ ਬਿਲਕੁਲ। ਉਹ ਤੋਂ ਉਹ ਫਿਰ ਹਾਂ ਉਹਨਾਂ ਫਿਰ ਰੈਸਟ ਕੀਤਾ। ਠੰਡ ASI ਆਇਆ ਸੀ ਨਾਲ ਇੱਕ, ਠੀਕ ਹੈ। ਨਾਲ 2 ਪੁਲਿਸ ਵਾਲੇ, ਉਹਨਾਂ ਜਾਨਾਂ ਨਾਲ ਲੈ ਕੇ ਜਾਣਾ ਇਹਨਾਂ ਦੋਵਾਂ ਨੂੰ? 3 ਮਾਵਾਂ ਧੀਆਂ ਨੂੰ, ਤਿੰਨਾਂ ਨੂੰ? ਤਿੰਨਾਂ ਨੂੰ, ਤੇ 2 ਉਹਨਾਂ ਦੇ ਜਿਹੜੇ, ਇੱਕ ਯਾਸਮੀਨ ਦਾ ਬੇਟਾ, ਇੱਕ ਸਬਾ ਦਾ ਬੇਟਾ, ਅੱਛਾ। ਉਹਨਾਂ ਨੂੰ ਨਾਲ ਲੈ ਕੇ ਚਲੇ ਗਏ ਨੇ ਉਹ। ਇਹ ਸਾਰੇ ਹੀ ਵਿੱਚ ਮੁਲਵਸ ਨੇ? ਸਾਰੇ ਮੈਂ ਦੱਸ ਦਿਨਾਂ ਤੁਹਾਨੂੰ ਨਾ, ਉਹ ਲੈ ਕੇ ਥਾਣੇ ਚਲੇ ਗਏ ਨੇ। ਅਸੀਂ ਫਿਰ ਵਾਪਸ, ਮੈਂ ਘਰ ਟੁਰ ਚੱਲਨੇ ਆ, ਰੈਸਟ ਹੋ ਗਿਆ, ਚੱਲਨੇ ਆ, ਸੁਬਾਹ ਫਿਰ ਵੇਖਾਂਗੇ। ਠੀਕ ਹੈ। ਉਹਨਾਂ ਰਸਤੇ ਜਾ ਕੇ ਉਹਨਾਂ ਨਾਲ ਮਤਲਬ ਕਿ ਉਹਨਾਂ ਬੀਬੀਆਂ ਧਰਾਵਾਂ ਨਾਲ ਢਿੱਲਾ 'ਚ ਕਰਕੇ ਛੋੜ ਦਿੱਤਾ ਉਹਨਾਂ ਫਿਰ ਨੂੰ। ਛੱਡ ਦਿੱਤਾ? ਉਹਨਾਂ ਧਰਾਵਾਂ ਛੱਡਤਾ ਹੈ। ਬੇਸ ਉਹਨਾਂ ਕੀ ਬਣਾਈ ਹੈ ਹਾਂ। ਕਿ ਇਹਨਾਂ ਦਾ ਪਰਚਾ ਕੋਈ ਨਹੀਂ, ਅੱਛਾ। ਅਸੀਂ ਨਾਲ ਲੇਡੀ ਕਾਂਸਟੇਬਲ ਨਾਲ ਹੈ, ਠੀਕ ਹੈ। ਅਸੀਂ ਇਹਨਾਂ ਰੱਖ ਨਹੀਂ ਸਕਦੇ। ਰਾਤ ਨੂੰ ਰੱਖ ਸਕਦੇ? ਹਾਂ, 2 ਬੇਟਿਆਂ ਨੂੰ ਲੈ ਗਏ ਨੇ ਉਹਨਾਂ ਦੇ ਨੂੰ। ਠੀਕ ਹੈ। ਇਹਨਾਂ ਧਰਾਵਾਂ ਛੱਡ ਛੱਡਿਆ ਉਹਨਾਂ। ਤਿੰਨਾਂ ਬੀਬੀਆਂ ਨੂੰ ਛੱਡ ਦਿੱਤਾ? ਹਾਂ, ਉਹ ਸਾਨੂੰ ਦੱਸ ਛੱਡਿਆ ਨੂੰ ਫੋਨ ਕਰਕੇ ਉਹਨਾਂ। ਸਹੀ ਹੈ। ਅਸੀਂ ਦੇ ਘਰ ਆ ਗਏ ਹਾਂ, ਤੇ ਘਰ ਲੰਮੇ ਪਏ ਆਣ ਕੇ, ਤਕਰੀਬਨ 2 ਘੰਟੇ ਲੰਮਾ ਪਿਆ ਵਾਂ। ਮੇਰਾ ਵੱਡਾ ਬੇਟਾ ਬਾਬਰ ਸਕਲੈਨ ਮੈਨੂੰ ਆਂਦੀ, ਬੂਈ ਤੁਸੀਂ ਘਰ ਲੰਮੇ ਪੈ ਰਹੇ ਹੋ। ਬੇਚੈਨੀ ਨਹੀਂ ਲੱਗੀ ਵੀ? ਚੈਨ ਲੱਗੀ ਹੈ ਨਾ, ਲੇਕਿਨ ਉਹ ਮੈਂ ਥੋੜਾ ਇਸ ਵਾਸਤੇ ਮੈਂ ਰੈਸਟ ਕਰ ਚੱਲਨੇ ਆ, ਪਤਾ ਕਰਨੇ ਆ ਕੀ ਬਣਿਆ ਪਿੱਛੇ ਹੋਣਾ। ਸਹੀ ਹੈ। ਲੇਕਿਨ ਜੇ ਇਹ ਨਹੀਂ ਪਤਾ ਕਿ ਮਰਡਰ ਪੱਕੀ ਨਾ ਹੀ ਹੋ ਗਿਆ ਹੈ। ਹਾਂ। ਤਸਲੀਮ ਤੇ ਉਹ ਕਰਨਾ ਸੀ ਜੇ ਵਾਕਿਆ ਹੋਇਆ ਹੁੰਦਾ, ਤੇ ਹਾਲੀ ਤੇ ਇਹੀ ਸੀ ਹਾਲੀ ਸ਼ਾਇਦ ਹਾਂ, ਕਿਤੇ ਅੱਗੇ ਪਿੱਛੇ ਜ਼ਿੰਦਾ ਹੀ ਹੋਵੇ, ਸ਼ਾਇਦ ਜ਼ਿੰਦਾ ਹੋਵੇ। ਉਮੀਦ ਤਾਂ ਹਰ ਹੱਥ ਤੱਕ ਮਦੇ ਇਨਸਾਨ ਨੂੰ ਹੁੰਦੀ ਹੈ ਨਾ। ਉਹ ਜੋ ਬੱਚਿਆਂ ਬਾਹਰੋਂ ਕਾਲ ਕੀਤੀ, ਹੈਦਰ ਵੀ ਕਾਲ ਕੀਤੀ, ਇਹ ਵੀ ਹੈਦਰ ਵੀ ਮੈਨੂੰ ਆਖਿਆ ਵੀ ਤੁਸੀਂ ਘਰ ਲੰਮੇ ਪਏ ਹੋ, ਤੁਹਾਨੂੰ ਸਕੂਨ ਕਿਵੇਂ ਮੈਂ ਤੂੰ ਪਤਾ ਕਰੋ ਜਾ ਕੇ। ਮੈਂ ਫਿਰ ਫੌਰੀ ਕਾਲ ਕੀਤੀ, ਮੈਂ ਸ਼ਬੀਰ ਉੱਠ ਤੇ ਚਲੀਏ ਯਾਰੋ ਜਾ ਕੇ ਪਤਾ ਕਰੀਏ। ਇਹਨਾਂ ਭਾਜੀ ਮਾਮੂਨ ਲੱਗਾ ਜੀ, ਇਹ ਆਇਆ। ਪਿੰਡ ਗਏ ਫਿਰ ਫੌਰੀ ਅਸੀਂ ਇੱਥੋਂ ਨਾ, ਇਹ ਤੇ ਮੈਂ ਤੇ ਉਸ ਮਾਰ ਮੇਰਾ ਭਾਈ ਆਪਣਾ ਨਸੀਰ ਹੈ, ਉਹ ਵੀ ਨਾਲ ਹੈ, ਜਾਂ ਮੇਰੇ ਤੋਂ ਵੱਡਾ ਇਹ ਤੀਜੇ ਥਾਂ ਵੀ ਮੇਰੇ ਤੋਂ ਛੋਟਾ ਨਸੀਰ ਹੈ। ਅਸੀਂ ਉੱਥੇ ਚਲੇ ਗਏ ਹਾਂ, ਤੇ ਉੱਥੇ ਜਾ ਕੇ ਜਿਹੜੇ ਅਸੀਂ ਆਪਣਾ ਥਾਣੇ ਗਏ ਹਾਂ, ਤੇ ਉੱਥੋਂ ਵਾਪਸ ਅਸੀਂ ਪਿੰਡ ਗਏ ਹਾਂ। ਪਿੰਡੋਂ ਜਾ ਕੇ ਮੈਨੂੰ ਉਹ ਜਿਹੜਾ ਇੱਕ ਸ਼ਬੀਰ ਨਾਮ ਦਾ ਬੰਦਾ ਕਾਬੂ ਕੀਤਾ ਉਹਨਾਂ। ਅੱਛਾ। ਉੱਥੇ ਮੈਂ ਗਿਆ ਤੇ ਮੈਨੂੰ ਸ਼ੱਕ ਪਿਆ, ਮੈਂ ਬੀਬੀਆਂ ਨੱਸ ਗਈਆਂ ਨੇ। ਅੱਛਾ। ਹਾਂ, ਮੈਂ ਬੀਬੀਆਂ ਦੌੜ ਗਈਆਂ। ਜਦ ਬੰਦਾ ਸਾਡੇ ਕੋਲ ਕਾਰ ਲੈ ਕੇ ਲੰਘਿਆ ਨਾ, ਸ਼ਬੀਰ ਨਾਮੀ ਬੰਦਾ, ਇਹ ਬੀਬੀਆਂ ਕਿੱਲੇ ਲੈ ਕੇ ਨਿਕਲ ਗਿਆ। ਉਹਦਾ ਵਾਲਦ ਮਿਲਿਆ ਮੈਂ ਸ਼ਬੀਰ ਦਾ, ਤੇ ਉਹ ਆਂਦਾ, ਮੈਂ ਪੁੱਛਿਆ ਉਹਨੂੰ, ਆਂਦਾ ਜੀ ਉਹਦੇ ਉੱਥੇ ਗਿਆ ਸੀ ਆਪਣਾ ਕਿਸੇ ਵਲੀਮੇ ਗਿਆ ਸੀ, ਉਹ ਤੋਂ ਗੱਡੀ ਲੈ ਕੇ ਅੰਜ ਗਿਆ। ਮੈਂ ਪੱਕੀ ਇਹ ਗੱਲ ਨਹੀਂ, ਮੈਂ ਉਹ ਬੀਬੀਆਂ ਜਦੋਂ ਗਏ ਨਾ, ਘਰ ਤਾਲੇ ਲੱਗੇ ਹਨ। ਅੱਛਾ। ਨੱਸ ਗਈਆਂ ਹਨ ਨਾ। ਉਹ ਬੰਦਾ ਲੈ ਕੇ ਉਹਨਾਂ ਨੂੰ ਕਿਤੇ ਛੱਡ ਆਇਆ ਸੀ, ਉਹ ਸ਼ਬੀਰ ਨਾਲ ਬੰਦਾ ਠੀਕ ਹੈ। ਕਾਰ ਤੇ ਕਾਊਂਟਰ ਲੱਗਾ। ਸਾਡੇ ਜਾਣ ਤੋਂ ਪਹਿਲਾਂ ਘਰ ਸਨ, ਜਿਵੇਂ ਅਸੀਂ ਆਪਣੇ ਉਹਨਾਂ ਪਤਾ ਲੱਗਿਆ ਕਿ ਆ ਗਏ ਨੇ। ਦੇਖੋ ਉਦੋਂ ਪਹਿਲਾਂ ਉਹ ਰਿਲੈਕਸ ਸਨ, ਉਹਨਾਂ ਕੋਲ ਨਹੀਂ ਆਉਣਾ। ਸਾਰੇ ਦੋਵੇਂ ਮੁੰਡੇ ਦਾ ਪੁਲਿਸ ਛੱਡ ਛੱਡਿਆ ਹੈ, ਉਹਨਾਂ ਕਿੱਥੇ ਆਉਣਾ। ਬਿਲਕੁਲ। ਜਿਵੇਂ ਪਿੰਡ ਦਾਖਲ ਹੋਏ ਆ, ਉਹਨਾਂ ਲੱਗਾ ਪਤਾ ਕਿ ਪਿੰਡ ਆ ਗਏ ਨੇ, ਤੇ ਉਹ ਗਾਇਬ ਹੋ ਗਈਆਂ ਨੇ। ਉਹ ਬੰਦਾ ਛੱਡ ਆਇਆ। ਅਸੀਂ ਫਿਰ ਸਾਡਾ ਅਜ਼ੀਜ਼ ਸੀ ਨਾਲ, ਇੱਕ ਕੈਮਰਾ ਬੰਦਾ ਨਾਲ ਲਿਆ। ਅਸੀਂ ਜਾ ਕੇ ਉਹਨਾਂ ਘਰ ਬਣਿਆ, ਜਾ ਕੇ ਜਿਸ ਵੇਲੇ ਉਹ ਕੈਮਰੇ ਆਨ ਕੀਤਾ, ਉਹ ਬੰਦਾ ਐਕਸਪਰਟ ਸੀ ਕੈਮਰੇ ਚੈੱਕ ਕਰਨ ਵਾਲਾ। ਉਹਦੇ ਚੈੱਕ ਚੁੱਕ ਕਰਨਾ ਸ਼ੁਰੂ ਕੀਤਾ। ਉਹ ਨਾਲ ਸਕਰੀਨ ਸ਼ਾਟ ਲੈਂਦਾ ਰਿਹਾ, ਤੇ ਨਾਲ ਜਿਹੜਾ ਫਰਦ ਆਉਂਦਾ ਰਿਹਾ, ਉਹਦਾ ਟਾਈਮਿੰਗ ਲਿਖਦਾ ਰਿਹਾ, ਇਹਨੇ ਟਾਈਮ ਅੰਦਰ ਵੜਿਆ, ਇਹਨੇ ਟਾਈਮ ਤੋਂ ਬਾਹਰ ਨਿਕਲਿਆ। ਠੀਕ ਹੈ। ਉਹਦਾ ਅਬਦੁੱਲਾ ਹੈ ਨਾ, ਜਿਸ ਟਾਈਮ ਉਹ ਆਇਆ, ਉਹਨੇ ਖਲੋ ਕੇ ਗਲੀ ਦੇ ਵਿੱਚ ਅੱਗੋਂ ਵੇਖ ਪਿੱਛੋਂ ਵੇਖ ਕੈਮਰੇ ਵੇਂਦਾ ਰਿਹਾ। ਉਹ ਤੇ ਪੱਕ ਸ਼ੱਕ ਹੋ ਗਿਆ। ਜਿਵੇਂ ਸੁਗਰਾਂ ਕਿਹਾ ਸੀ ਕਿ ਮੈਂ ਇੰਨੇ ਵਜੇ ਗਈਆਂ, ਇੰਨੇ ਵਜੇ ਆਈਆਂ, ਉਹ ਵੀ ਟਾਈਮ ਉਹਦੇ ਗਲਤ ਸਨ। ਉਹ ਆਂਦੀ ਮੈਂ 11 ਵਜੇ ਨਿਕਲੇ, ਕਿ ਸੁਬਾਹ 6 ਵਜੇ ਬਾਹਰ ਜਾਂਦੀ, ਬੋਤਲ ਫੜ ਕੇ ਲੱਗੀ ਜਾਂਦੀ, ਬੋਤਲ ਫੜ ਕੇ ਲੱਗੀ ਹੁੰਦੀ, 5-6 ਫੇਰੇ ਉਸ ਲਾਏ ਨੇ। ਅੱਛਾ।
ਫਿਰ ਯਾਸਮੀਨ ਨੇ ਮਤਲਬ ਕਿ ਉਸ ਤੋਂ ਬੋਤਲ ਬਾਅਦ ਦੇ ਵਿੱਚ ਕੀ ਕੋਈ ਪੈਟਰੋਲ ਸਟਰੋਲ ਜਾਂਦੀ ਹੋਣੀ? ਸਾਡੇ ਦੇ ਮੁਤਾਬਕ ਇਹ ਹੀ ਹੈ ਹੂੰ। ਕਿ ਪੈਟਰੋਲ ਇਕੱਠਾ ਕਰ ਰਹੀ ਸੀ ਉਹ। ਹਾਂ। ਉਹ ਫਿਰ ਯਾਸਮੀਨ ਕੋਈ 6:30 ਵਜੇ ਘਰ ਦਾਖਲ ਹੋਈ ਹੈ, ਛੇਤੀ ਧੀਆਂ ਦੇ 10 ਵਜੇ ਵਾਪਸ ਜਾਂਦੀ ਹੈ, ਫਿਰ ਦੁਬਾਰਾ ਵਾਪਸ ਦਾਪੜਾ ਲੈ ਕੇ ਆਉਂਦੀ ਹੈ, ਕੋਈ ਕੱਪੜਾ ਵਿੱਚ ਧਰਿਆ ਸੂ ਉਹ ਘਰ ਦਾਖਲ ਹੁੰਦੀ ਹੈ। ਉਹ ਜੋ ਕੈਮਰੇ ਜਿਹੜੇ ਸਰਵਿੰਦਰ ਆਏ ਨਾ ਸੀ, ਲੇਕਿਨ ਜ਼ਾਰਾ 'ਚ ਨਜ਼ਰ ਨਹੀਂ ਆਈ, ਬਿਲਕੁਲ ਆਉਂਦੀ ਆ ਜਾਂਦੀ, ਹੋਰ ਲੋਕ ਆਉਂਦੇ ਜਾਂਦੇ ਨਜ਼ਰ ਯਾਨੀ ਕਿ ਆਏ। ਜ਼ਾਰਾ ਨੂੰ ਉਹਨਾਂ ਨੇ ਉਸ ਟਾਈਮ ਤੇ ਮਾਰ ਦਿੱਤਾ ਹੋਇਆ ਸੀ। ਇਹ ਹੀ ਸਮਝੋ ਤੁਸੀਂ। ਹਾਂ। ਉਹ ਜਿਸ ਵੇਲੇ ਮਤਲਬ ਕਿ ਫਿਰ ਉਹ ਅਬਦੁੱਲਾ ਮਸ਼ਕੂਕ ਹੋਇਆ ਨਾ ਜਿਸ ਵੇਲੇ, ਉਹ ਲੜਕਾ ਸਾਡਾ ਅਜ਼ੀਜ਼ ਸਿੰਘ ਨਾਲ ਇੰਸਪੈਕਟਰ, ਉਹ ਵੀ ਉਹਦਾ ਤਜਰਬਾ ਬੜਾ ਹੈ। ਠੀਕ ਹੈ। ਉਹਨੇ ਆਖਿਆ ਜੀ ਅਬਦੁੱਲਾ ਰਹਿਣਾ, ਉਹਨੇ ਫਿਰ ਥਾਣੇ ਕਾਲ ਕੀਤੀ, ਇਹਨੂੰ ਜਰਾ ਠੀਕ ਕਰੋ। ਜਿਉਂ ਹੀ ਉਹਨਾਂ ਨੇ ਠੀਕ ਕੀਤਾ, ਉਹਨਾਂ ਕਾਲ ਕੀਤੀ ਜੇ ਅਬਦੁੱਲਾ ਆਂਦਾ ਕਿ ਟੁਕੜੇ ਮੈਂ ਹੀ ਛੁੱਟ ਕੇ ਆਇਆ ਵਾਂ। ਅੱਛਾ, ਮੇਰੀ ਅਬਦੁੱਲਾ ਬਾਤ ਨੇ ਭਾਂਡਾ ਫੋੜਿਆ ਆਪਣੀ ਨਾਨੀ ਦਾ ਤੇ ਖਾਲਾ। ਉਹਨੇ ਮੇਰੇ ਵਾਲ ਦਾ ਘਰ ਸੱਦਿਆ, ਮੈਂ ਗਿਆ ਵਾਂ ਤੇ ਇਹਨਾਂ ਮੈਨੂੰ ਤਰੋੜੇ ਫੜਾਏ ਨੇ, ਖਿੱਚ ਕੇ ਤਰੋੜੇ ਤੇ ਪਿੱਛੇ ਸੁੱਟੇ ਨੇ। ਹਾਂ, ਬੈਕ ਸਾਈਡ ਤੇ ਕੈਮਰੇ ਚ ਕੋਨੇ। ਹਾਂ ਬਿਲਕੁਲ ਠੀਕ ਹੈ। ਉਹ ਤੋਂ ਸੁੱਟ ਕੇ ਜਾ ਕੇ ਅਸੀਂ ਸੁੱਟ ਕੇ ਆਇਆ ਦੇਖ ਨਾਲਾ ਚ। ਅੱਛਾ। ਹਾਂ, ਇੱਕ ਸੁੱਟਿਆ ਤਰੋੜਾ ਆਨ ਕਈ ਨਹੀਂ ਵਕਫੇ ਤੇ, ਇੱਕ ਤਰੋੜਾ, ਇੱਕ ਦੀ ਆਵਾਜ਼ ਆਈ ਹੈ ਡਿੱਗਣ ਦੀ, ਇੱਕ ਦੀ ਆਵਾਜ਼ ਨਹੀਂ ਆਈ। ਠੀਕ ਹੈ। ਤੇ ਜਿਸਮ ਦੇ ਕਿੰਨੇ ਕੁ ਇਹਨਾਂ ਨੇ ਟੁਕੜੇ ਕੀਤੇ ਸੀ? ਵੇਖੋ ਜੀ, ਟੁਕੜੇ ਆਸਾਂ ਨਹੀਂ ਵੇਖੇ, ਸਾਡੀ ਹਿੰਮਤ ਨਹੀਂ ਸੀ ਵੇਖਣ ਦੀ। ਜਿਨ੍ਹਾਂ ਨੇ ਵੇਖੇ ਜਾਂ ਜਿਨ੍ਹਾਂ ਨੇ ਇਕੱਠੇ ਕੀਤੇ ਉਹਨਾਂ ਨੇ ਕੀ ਦੱਸਿਆ? ਇਕੱਠੇ ਤੇ ਉਹਨਾਂ ਹੀ ਕਰਕੇ ਵਿੱਚ ਪਾਏ ਨੇ ਨਾ। ਨਹੀਂ, ਜਦੋਂ ਰਿਕਵਰ ਹੋਏ ਜਦੋਂ ਹੋਏ ਨਾ, ਮੈਂ ਕਿ ਤਰੋੜਾ ਇੱਕ ਉਹਨਾਂ ਕੱਢਿਆ ਜਿਸ ਵੇਲੇ, ਉਹ ਐਂਬੂਲੈਂਸ ਆਈ, ਸੋਚ ਧਰੀ, ਉਹਨਾਂ ਤਰੋੜਾ ਧਰਿਆ। ਇੱਕ ਤਰੋੜਾ ਦੁਬਾਰਾ ਜਿਹੜਾ ਲੱਭਿਆ, ਮਤਲਬ ਉਹ ਵੀ ਉਸ ਸਾਡੇ ਸਾਹਮਣੇ ਨਹੀਂ ਖੋਲਿਆ ਉਹਨਾਂ ਕੋਈ ਵੀ। ਜ਼ਾਹਰ ਤੁਹਾਡੇ ਕੋਲ ਬਰਦਾਸ਼ਤ ਨਹੀਂ ਸੀ ਹੋਣਾ। ਉਹ ਤਰੋੜੇ ਜਿਹੇ ਦੋਵੇਂ ਮਿਲ ਗਿਆ ਨਾ, ਫਿਰ ਤਰੋੜੇ ਉੱਥੇ ਖੋਲੇ ਨੇ ਉਹਨਾਂ। ਫਿਰ SHO ਨੇ ਕਿਹਾ ਯਾਰ ਇਹਦੇ 'ਚ ਨਾ ਤੇ ਸਿਰ ਨਜ਼ਰ ਆਉਂਦਾ ਪਿਆ ਤੇ ਨਾ ਬਾਜ਼ੂ ਨਜ਼ਰ ਆਉਂਦੇ ਨੇ ਪਏ, ਤੇ ਉਹ ਵੀ ਹਿੱਸਾ ਲੱਭੋ, ਉਹ ਹਿੱਸਾ ਕਿੱਥੇ ਵੇ। ਉਹ ਕਾਫੀ ਦਫਾ ਟਰੇਸ ਕਰਦੇ ਰਹੇ ਨੇ, ਉੱਥੇ ਨਹੀਂ ਲੱਭਾ। ਤੇ ਫਿਰ ਉਹਨਾਂ ਨੇ ਤੁਸੀਂ ਚਲੇ ਜਾਓ ਤੇ ਅਸੀਂ ਦੁਬਾਰਾ ਕੋਸ਼ਿਸ਼ ਕਰਨੇ ਆ। ਲੇਕਿਨ ਉਹ ਤਕਰੀਬਨ ਫਿਰ ਮਤਲਬ ਕਿ ਵਾਪਸ ਆਏ ਨੇ ਉੱਥੋਂ, ਮੈਂ ਤੇ ਮੇਰਾ ਇੱਕ ਅਜ਼ੀਜ਼ ਹੋ ਰਹੀ, ਫਿਰ ਵਾਪਸ ਚਲੇ ਗਏ ਨਾਲ। ਕਿਤੇ ਸਕੂਨ ਇਨਸਾਨ ਨੂੰ ਮਿਲਦਾ। ਸਾਡੇ ਜਾਂਦਿਆਂ ਫਿਰ ਇੱਕ ਆਪਣਾ ਕਾਂਸਟੇਬਲ ਜਾਂ ਦੂਸਰੇ ਜਿਹੜੇ ਉੱਥੇ ਜਿਹੜੇ ਬੋਟ ਲੈ ਕੇ ਆਏ ਰਿਸਕਿਊ ਵਾਲੇ ਹਨ, ਉਹ ਸਾਰੇ ਉੱਥੇ ਖਲੋਤੇ ਨੇ, ਉਹ ਟਰੇਸ ਕਰ ਰਹੇ ਨੇ। ਕਾਫੀ ਦੂਰ ਤੱਕ ਟਰੇਸ ਕਰਦੇ ਗਏ ਨੇ ਉਹ, ਲੇਕਿਨ ਨਜ਼ਰ ਉਹਨਾਂ ਨੂੰ ਨਹੀਂ ਆਇਆ। ਉਹਨੂੰ ਫਿਰ ਦੁਬਾਰਾ ਫਿਰ ਉਹਨਾਂ ਨੇ ਲਿਆਂਦਾ, ਉਹਨੂੰ ਸੁਗਰਾ ਨੂੰ ਤਫਤੀਸ਼ ਕੀਤੀ ਉਹਦੀ। ਹਾਂ, ਫਿਰ ਲਿਆਂਦਾ, 10 ਜਾ ਕਿਤੇ ਸੁੱਟਿਆ ਆਈ ਮੇਰੇ ਸਾਹਮਣੇ। ਫਿਰ ਉਹ ਲੈ ਕੇ ਆਏ ਨੇ ਉੱਥੇ ਤਫਤੀਸ਼ੀ, ਉਹਨਾਂ ਥੱਲੇ ਤਾਰਿਆ। ਉਹਨੇ ਆਵਾਮ ਦੇ ਸਾਹਮਣੇ ਉੱਥੇ ਗਈ ਜਗ੍ਹਾ ਤੇ ਉਹਨੇ ਅੱਜ ਮੈਂ ਇੱਥੇ ਛਾਪਰ ਸੁੱਟਿਆ। ਅੱਛਾ। ਉਹ ਛਾਪਰ ਫਟ ਗਿਆ ਤੇ ਸਿਰ ਰੁੜਦਾ ਕਾਂ ਟੁਰ ਗਿਆ। ਇਹ ਵੀ ਝੂਠ ਤੁਹਾਨੂੰ ਦੱਸ ਰਹਾ ਨਾ। ਤੂੰ ਜਿੱਥੇ ਦੂਜਿਆਂ ਤੂੰ ਆਪਣਾ ਤਰੋੜਿਆਂ 'ਚ ਵੱਟੇ ਵੀ ਨਾ, ਉਹਨੇ ਬਕੌਲ ਸਾਂ ਕਿ ਮੈਂ ਜੋ ਟੁਕੜੇ ਕੀਤੇ ਨੇ ਵਿੱਚ ਨਾਲ ਵੱਟੇ ਵੀ ਪਾਏ ਨੇ ਤਾਂ ਕਿ ਲਾਸ਼ ਇਹ ਡੁੱਬ ਜਾਏ। ਹਾਂ, ਯਾਨੀ ਇਹ ਜ਼ੇਨ ਸੀ, ਪਰ ਕੀਤਾ ਵੀ ਉਹਨੇ ਨਹੀਂ ਸੀ। ਇਹਨਾਂ ਕੋਈ ਡਰਾਮਾ ਸ਼ਰਾਮਾ ਕੋਈ ਦੇਖਿਆ ਹੋਣਾ ਨਾ ਜਿਹਦਾ ਕੋਈ, ਸ਼ਾਇਦ ਕੋਈ ਜਿਹੜੀ ਕਹਾਣੀ ਬਣਾਈ ਸੀ। ਹਾਂ, ਉਹ ਬਾਕੀ ਵੀ ਜਦੋਂ ਉੱਥੇ ਇੰਸਪੈਕਟਰ ਨੇ ਖਿਲਾਇਆ ਤਾਂ ਵਿੱਚੋਂ ਇੱਟਾਂ ਨਿਕਲੀਆਂ ਸੀ। ਲੇਕਿਨ ਜਿੱਥੇ ਡੁੱਬੇ ਇਦੋਂ ਨਹੀਂ, ਉੱਥੇ ਪਾਣੀ ਥੋੜਾ ਸੀ ਤੇ ਇੱਕ ਤਰੋੜਾ ਸੀ ਜਿੱਥੇ ਗੰਦ ਜਿਹਾ ਪਿਆ ਹੁੰਦਾ, ਉਹ ਉੱਤੇ ਡਿੱਗ ਪਿਆ ਸੀ। ਹਾਂਜੀ। ਉਹ ਫਿਰ ਦੁਬਾਰਾ ਜਦੋਂ ਲਿਆਂਦਾ, ਉਹਨੂੰ ਮੈਂ ਇੱਥੇ ਸੁੱਟਿਆ ਤੇ ਉਹ ਹੈ ਸੀ ਕੋਈ ਨਾ ਉੱਥੇ। ਉਹ ਫਿਰ ਵਾਪਸ ਲੈ ਗਿਆ ਉਹਨੂੰ। ਅਸੀਂ ਫਿਰ ਉੱਥੋਂ ਉਦੋਂ ਤੱਕ ਸਿਰ ਨਹੀਂ ਸੀ ਮਿਲਿਆ। ਨਹੀਂ, ਅਸੀਂ ਆ ਗਏ, ਮਜਬੂਰ ਹੋ ਗਏ, ਕੀ ਕਰੀਏ ਹੁਣ ਯਾਰ। ਅਸੀਂ ਹਸਪਤਾਲ ਮੁਲਾਜ਼ਾ ਕਰਾਉਣ ਆ ਗਏ ਹਾਂ, ਇੱਥੋਂ ਆ ਕੇ ਹਸਪਤਾਲ ਆਏ ਹਾਂ। ਇੱਥੋਂ ਜਦ ਕਰਾ ਕਰੂ ਕੇ ਅਸੀਂ ਘਰ ਪਹੁੰਚੇ ਹਾਂ, ਬੈਠੇ ਆਣਗੇ, ਸਾਨੂੰ 9 ਵਜੇ ਕਾਲ ਆ ਗਈ ਕਿ ਉਹ ਜੀ ਤੁਹਾਨੂੰ ਸਿਰ ਵੀ ਮਿਲ ਗਿਆ ਤੇ ਤੁਸੀਂ ਆਣ ਕੇ ਉਹ ਵੀ ਲੈ ਜਾਓ। ਜਨਾਜ਼ੇ ਤੋਂ ਪਹਿਲੇ? ਉਹ ਰਾਤ ਨੂੰ ਜਿੱਦੇ ਦਿਨ ਅਸੀਂ ਆਏ ਆ ਨਾ, ਉਸੇ ਰਾਤ ਨੂੰ 9 ਵਜੇ। ਠੀਕ ਹੈ। ਜਨਾਜ਼ਾ ਅੱਜ ਹੋਇਆ ਨਾ, ਕੱਲ ਰਾਤ ਨੂੰ ਅਸੀਂ ਘਰ ਪਹੁੰਚੇ ਹਾਂ ਤੇ ਅਸੀਂ ਉਹਨਾਂ ਜੋ ਵੀ ਮਿਲ ਗਿਆ। ਯਾਨੀ ਕਿ ਜਿਸਮ ਦੇ ਸਾਰੇ ਹਿੱਸੇ ਸਾਰੇ ਮਿਲ ਗਏ। ਹਾਂ, ਉਹਨਾਂ ਜੋ ਉਹਨੂੰ ਆਮ ਤਫਤੀਸ਼ ਕੀਤੀ ਜਿਵੇਂ ਕੀਤੀ ਉਹਨਾਂ, ਉਹ ਮਾਵਾਂ ਧੀਆਂ ਨਾਲ ਉਹਨਾਂ ਦੇ ਆਈਆਂ ਨੇ। ਉਹ ਜਿਸ ਜਗ੍ਹਾ ਤੋਂ ਸੁੱਟੇ ਹਨ ਉਸ ਹਟ ਕੇ ਦੂਰ ਹੋ 3-4 ਮੀਟਰ ਦੂਰ ਜਾ ਕੇ ਸੁੱਟੇ ਹਨ। ਕੁਝ ਹਿੱਸੇ ਕਿਸੇ ਜਗ੍ਹਾ ਤੇ ਸੁੱਟੇ ਨੇ ਕਿ ਕੁਝ ਕਿਸੇ ਜਗ੍ਹਾ ਸੁੱਟੇ ਨੇ। ਉਹ ਉੱਥੇ ਜਾ ਮਾਵਾਂ ਧੀਆਂ ਨਾਲ ਲਿਆਂਦਾ ਤੇ ਉਹਨਾਂ ਉੱਥੋਂ ਨਾ ਛਾਪਾ ਕਰਕੇ ਦਿੱਤਾ, ਲਓ ਜੀ ਆ ਜਾਓ। ਤੇ ਸਿਰ ਦੀ ਕੀ? ਉਹ ਸਿਰ ਦੀ ਕੰਡੀਸ਼ਨ, ਇੱਕ ਬੈਗ 'ਚ ਸਿਰ, ਇੱਕ ਬੈਗ 'ਚ 3 ਮੋਬਾਈਲ ਸਨ ਜਿਹੜੇ ਉਹਨਾਂ ਪੈਕ ਕੀਤੇ ਹਨ ਬੱਚੀ ਦੇ। ਅੱਛਾ। 3 ਮੋਬਾਈਲ। ਉਸ ਬਾਅਦ ਇੱਕ ਹਿੱਸੇ ਚੋਰਿਆ ਪੈਰ ਤੇ ਆ ਬਾਜ਼ੂ ਸਨ, ਉਹ ਵੱਖਰੇ ਪੈਕ ਕੀਤੇ ਨੇ। ਪੈਕ ਕਰਕੇ ਤਵਾਂ ਛੋਟੇ ਛੋਟੇ ਬੈਗਾਂ 'ਚ, ਫਿਰ ਇੱਕ ਵੱਡੇ ਬੈਗ 'ਚ ਉਹਨੂੰ ਪਾਇਆ ਉਹਨਾਂ। ਉਹ ਫਿਰ ਜਦੋਂ ਨਾ ਅੰਕਲ ਜੀ, ਇਹ ਸਾਰਾ ਐਡਾ ਵੱਡਾ ਜ਼ੁਲਮ ਕਰਦਿਆਂ ਆਇਆ, ਇਹਨਾਂ ਦੇ ਨਾਲ ਕੋਈ ਬੰਦਾ ਵੀ ਸ਼ਾਮਲ ਹੈ? ਵੇਖੋ ਜੀ, ਔਰਤ ਦੀ ਇੰਨੀ ਹਿੰਮਤ ਨਹੀਂ
ਕਿ ਉਹ ਬਿਲਕੁਲ ਇਹਨਾਂ ਜੀ। ਮਤਲਬ ਕਿ ਵੇਖੋ ਜੀ, ਔਰਤ ਦਾ ਅੱਜ ਤੱਕ ਤੁਸੀਂ ਸੁਣਿਆ ਹੋਣਾ, ਡਾਕਟਰ ਜਿੰਨੇ ਵੀ ਆਪਰੇਸ਼ਨ ਡਾਕਟਰ ਕਰਦੇ, ਔਰਤ ਆਪਰੇਸ਼ਨ ਨਹੀਂ ਕਰ ਸਕਦੀ, ਹਾਂਜੀ ਤੇ ਇਹਨਾਂ ਤੇ ਹੌਸਲਾ ਉਹਨੇ ਨਹੀਂ। ਤੇ ਇਨਸਾਨ ਲੇਕਿਨ ਬਣ ਇਹ ਗਏ। ਔਰਤ ਵੇਖੋ ਜੀ, ਨਿਕਲ ਇੰਨਾ ਮਤਲਬ ਬਸ ਆਦਮੀ ਕੋਈ ਹਾਂ ਕੋਈ ਜਿਹੜਾ ਮਤਲਬ ਕਿ ਇੰਨਾ ਹੌਸਲਾ ਹੈ ਹੂੰ ਉਸ ਬੰਦੇ ਦਾ, ਜਿਹਨੇ ਮਤਲਬ ਕਿ ਫਿਰ ਜੇ ਪਲਾਨਿੰਗ ਬਣਾਈ ਗਈ ਹੈ ਮਤਲਬ ਕਿ ਹਰ ਹਿੱਸੇ ਦੀ, ਹੂੰ ਜੇ ਨਾਲ ਬੰਦਾ ਮੁਲਵਸ, ਔਰਤ ਇੰਨੀ ਪਲਾਨਿੰਗ ਨਹੀਂ ਬਣਾ ਸਕਦੀ। ਕਿਉਂਕਿ ਅਸੀਂ ਉਹਨਾਂ ਦੇ ਪਿੰਡ ਦੇ ਵਿੱਚ ਗਏ ਨਾ, ਉਹਨਾਂ ਦੱਸਿਆ ਕਿ ਜੀ ਕੋਈ ਯਾਸਮੀਨ ਦਾ ਕਿਸੇ ਦੇ ਨਾਲ ਕੋਈ ਤਾਲੁਕ ਸੀ। ਇਹ ਉਹ ਤੇ ਫਿਰ ਬੰਦਾ ਜਦੋਂ ਉੱਥੇ ਸ਼ਾਇਦ ਉਹਨਾਂ ਪੁਲਿਸ ਦੇ ਵਾਲਿਆਂ ਘਰ- ਨੇ ਉਹਨਾਂ ਦੀ ਇਨਕੁਆਇਰੀ ਕੀਤੀ ਹੈ ਨਾ, ਹੂੰ ਉੱਥੇ ਉਹਨਾਂ ਆ ਕੇ ਸਾਡੇ ਨਾਲ ਇੱਕ ਕੀ ਨਾਂ ਹੈ ਉਹਦਾ, ਸੋਨੀ ਨਾਮੀ ਬੰਦਾ ਹੈ, ਅੱਛਾ ਉਹ ਸਾਡੇ ਨਾਲ ਹੈ। ਸੋਨੀ ਨਾਮੀ ਸੋਨੀ ਨਾਮੀ ਬੰਦਾ ਇਹ ਹੈ। ਉਸ ਪਿੰਡ ਦਾ ਹੈ? ਨਹੀਂ, ਇਹ ਉਹਨਾਂ ਬਕੌਲ ਲਾਹੌਰ ਦਾ ਹੈ। ਅੱਛਾ ਉਹ ਉੱਥੇ ਲੋਰੋਂ ਇੰਨਾ 150 ਕਿਲੋਮੀਟਰ ਦਾ ਇਹਨਾਂ ਸਫ਼ਰ ਕਰਕੇ ਤਲਕ ਕਿਵੇਂ ਆ ਗਿਆ? ਇਹਨਾਂ ਤਲਕ ਕੇ ਅੱਗੇ ਵੀ ਆਉਂਦਾ, ਉੱਥੇ ਗਾਉਂ ਦੇ ਲੋਕਾਂ ਸਾਨੂੰ ਦੱਸਿਆ, ਪਿੰਡ ਦੇ ਗੋਲੀ ਮਾਰਲਿਆਂ ਲੋਕਾਂ ਕੋਲ ਬੰਦਾ ਇੱਥੇ ਆਉਂਦਾ ਰਹਿੰਦਾ ਹੈ। ਓਹ ਹੋ ਹਾਂਜੀ, ਇਹ ਆਉਂਦਾ ਬੰਦਾ ਰਹਿੰਦਾ ਹੀ ਹੈ ਜਿਹੜਾ ਕਸਾਈ ਨਮਾ ਦਰਿੰਦਾ ਆ ਕੇ ਜਿਹਨੇ ਦਰਿੰਦਾ ਟੁਕੜੇ ਆ। ਕੀਤੇ ਨੇ। ਉਹ ਉੱਥੋਂ ਫੜਿਆ ਗਿਆ ਜੀ? ਅਸੀਂ ਉਦੋਂ ਥਾਣੇ ਸਾਂ, ਹਾਂ। ਜਦੋਂ ਉਹਨੇ ਨਾ ਬਕਿਆ ਕਿ ਉਹ ਸਾਡੇ ਨਾਲ ਹੈ, ਸਾਡੇ ਹੁੰਦੀ ਫਿਰ ਪੁਲਿਸ ਉਸ ਟਾਈਮ ਨਾਲ ਚਲੀ ਗਈ ਲਾਹੌਰ, ਹੂੰ ਹੁਣ ਅਰੈਸਟ ਕਰਕੇ ਉਹਨੂੰ ਲੈ ਆਂਦਾ ਉਹਨਾਂ। ਹੁਣ ਸਰ ਐਡਾ ਵੱਡਾ ਵਾਕਿਆ ਹੋ ਗਿਆ, ਬੇਟੀ ਦੁਨੀਆ ਤੇ ਵਾਪਸ ਨਹੀਂ ਆ ਸਕਦੀ। ਨਹੀਂ ਜੀ, ਬਿਲਕੁਲ ਜੀ। ਤੁਹਾਨੂੰ ਉਮੀਦ ਹੈ ਕਿ ਇਹ ਸਿਸਟਮ, ਇਹ ਨਕਾਰਾ ਸਿਸਟਮ ਤੁਹਾਡੀ ਧੀ ਨੂੰ ਇਨਸਾਫ ਦੇਗਾ? ਵੇਖੋ ਜੀ, ਮੈਂ ਆਏ ਦਿਨ ਅਖਬਾਰਾਂ ਤੇ ਵੀ ਮੀਡੀਆ ਦੇ ਵੇਂਦੇ ਨੇ, ਲੇਕਿਨ ਇਨਸਾਫ ਮਿਲਦਾ ਹੋਵੇ ਤਾਂ ਮੇਰਾ ਖਿਆਲ ਜੁਰਮ ਰੁਕ ਜਾਣ, ਹੂੰ। ਅੱਗੋਂ ਲੋਕਾਂ ਦੀ ਹਿੰਮਤ ਨਾ ਪਵੇ, ਕਿਸੇ ਇੱਕ ਨੂੰ ਤੇ ਕੋਈ ਇਬਰਤ ਦਾ ਨਿਸ਼ਾਨ ਬਣਾਉਣਾ ਚਾਹੀਦਾ। ਕਿਸੇ ਇੱਕ ਨੂੰ ਬਣਾ ਚਾਹੀਦਾ। ਵੇਖੋ ਜੀ, ਹੁਣ ਇਹ ਵਾਕਿਆ ਹੋਇਆ ਨਾ, ਹੁਣ ਇਹ ਚਾਹਾਂ ਕਿੰਨਾ ਕੁ ਆਪਣਾ ਪੈਸਾ ਲਾਣਾ ਇਹਨੂੰ ਇਨਸਾਫ ਲੈਣ ਵਾਸਤੇ, ਬਿਲਕੁਲ ਇਨਸਾਫ ਲੈਣ ਵਾਸਤੇ ਵੀ ਪੈਸਾ ਲਾਣੇ ਇਨਸਾਫ ਲੈਣ ਵਾ। ਇੱਕ ਤਾਂ ਸਾਡੀ ਬੇਟੀ ਚਲੀ ਗਈ ਹੈ, ਹਾਂ ਸਾਨੂੰ ਉਹ ਤਕਲੀਫ ਬਹੁਤ ਜ਼ਿਆਦਾ, ਸਾਨੂੰ ਜੇ ਇਹ ਦੁੱਖ ਸਾਨੂੰ ਭੁੱਲਣੇ ਨਹੀਂ ਸਾਰੀ ਉਮਰ ਹੀ। ਬਿਲਕੁਲ ਬਿਲਕੁਲ ਨਹੀਂ ਭੁੱਲਣਾ। ਇੱਕ ਵੇਖੋ ਜੀ, ਆਪਾਂ ਤਬੀ ਮੌਤ ਬੰਦਾ ਮਰ ਜਾਂਦਾ, ਬਿਮਾਰ ਹੋ ਕੇ, ਹੋਰ ਇਨਸਾਨ ਨੂੰ ਹੌਸਲਾ ਹੋ ਜਾਂਦਾ ਹੈ। ਇੱਕ ਤੁਹਾਡੇ ਸਾਹਮਣੇ ਲਾਸ਼ ਦੇ ਟੁਕੜੇ ਟੁਕੜੇ ਕੀਤੇ ਗਏ ਨੇ, ਉਹ ਚਿਹਰਾ ਜਲਾਇਆ ਗਿਆ ਹੈ, ਸਾਨੂੰ ਇਹ ਚੀਜ਼ ਭੁੱਲਦੀ ਨਹੀਂ ਮਰ ਗਈ। ਹੂੰ ਤੇ ਇੱਕ ਹੁਣ ਆਪਣਾ ਇਨਸਾਫ ਲੈਣ ਵਾਸਤੇ ਸਾਨੂੰ ਬੜੀ ਦੌੜ ਲਾਉਣੀ ਪੈਣੀ ਹੈ ਹੁਣ ਸਾਬਤ ਕਰਨ ਵਾਸਤੇ। ਹਾਂਜੀ, ਬਿਲਕੁਲ ਅਗਰ ਇਨਸਾਫ ਮਿਲਦਾ ਹੋਵੇ ਤਾਂ ਸਾਨੂੰ ਕ੍ਰਾਈਮ ਹੀ ਮੁੱਕ ਜਾਣ। ਐਸੇ ਹੀ ਹੈ। ਯੂਰਪ 'ਚ ਇੰਦਾ ਵਾਕਿਆ ਕਦੀ ਹੋਏ ਵੇਖੀ ਨਹੀਂ, ਉੱਥੇ ਕ੍ਰਾਈਮ ਹੋਵੇ ਤੇ ਉਸੇ ਤਾਂ ਇੱਕ ਬਿੱਲੀ ਮਰ ਜਾਣਾ ਉੱਥੇ, ਹਾਂ ਉੱਥੇ ਹਕੂਮਤ ਨੂੰ ਵਕਤ ਪਿਆ ਹੁੰਦਾ ਹੈ। ਸੜਕ ਦੇ ਕਿਨਾਰੇ ਕੁੱਤਾ ਖਲੋ ਜਾਣਾ ਆਣ ਕੇ ਤੇ ਟ੍ਰੈਫਿਕ ਰੁਕ ਜਾਂਦੀ ਹੈ, ਪਹਿਲਾਂ ਗੁਜ਼ਰ ਰਵੇ। ਇੱਥੇ ਦੇਖੋ ਤੁਹਾਡੀ ਇੱਥੇ ਤਾਂ ਧੀ ਭਾਈ ਨੂੰ ਉਹਨਾਂ ਨੇ ਉਤੋਂ ਜ਼ਿਬਾ ਰੌਂਦ ਲੰਘ ਜਾਂਦੇ ਨੇ।